ਜੇ ਤੁਹਾਡੇ ਰਸਤੇ 'ਚ ਮੁਸੀਬਤ ਹੈ ਨਾ, ਪਰੇਸ਼ਾਨੀ ਹੈ, ਤੁਸੀਂ ਵੀ ਸੱਚੇ ਦਿਲੋਂ ਦੁਆ ਕਰੋ, ਫਿਰ ਕਦਮ ਵਧਾਓ। ਬਾਕੀ ਅਸੀਂ ਖੜੇ ਹਾਂ ਤੁਹਾਡੇ ਨਾਲ, ਅਸੀਂ ਖੜੇ ਹਾਂ ਤੁਹਾਨੂੰ ਹਿੰਮਤ ਦੇਣ ਨੂੰ, ਹੌਸਲਾ ਦੇਣ ਨੂੰ, ਤੁਹਾਡਾ ਸਾਥ ਦੇਣ ਨੂੰ ਖੜੇ ਹਾਂ। ਡਰਨ ਦੀ ਲੋੜ ਨਹੀਂ। ਹਰ ਤਰ੍ਹਾਂ ਦੀ ਮੁਸੀਬਤ ਜਦ ਤੱਕ ਦੂਰ ਨਹੀਂ ਹੋ ਜਾਏਗੀ, ਇਹ ਤੋਂ ਪਾਰ ਨਹੀਂ ਲੈ ਜਾਵਾਂਗੇ, ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਸਮਝਦੇ ਹੋ? ਕਿਉਂਕਿ ਪਿਆਰ ਕਾਹਦਾ ਕਿ ਮੁਸੀਬਤਾਂ ਨੂੰ ਦੇਖ ਕੇ ਡਰ ਕੇ ਪਿੱਛੇ ਹੋ ਗਏ। ਸਮਝਦੇ ਹੋ? ਨੇ ਦੱਸਿਆ ਨਾ ਨੱਥੂ ਲਾਲ ਦੀ ਗੱਲ ਕਿ ਆਪਣੇ ਦੋਸਤ ਨੂੰ ਕਹਿੰਦਾ, ਯਾਰ ਮੈਂ ਤੈਨੂੰ ਬੜਾ ਪਿਆਰ ਕਰਦਾ। ਉਹ ਕਹਿੰਦਾ ਕਿੰਨਾ ਕਰਦਾ ਆ? ਕਹਿੰਦਾ ਇੰਨਾ ਕਰਦਾ ਜੇ ਸ਼ੇਰ ਵੀ ਆ ਜਾਵੇ ਉਹਨੂੰ ਵੀ ਲੜ ਪਊਂ। ਕਈ ਇਦਾਂ ਦੇ ਪਿਆਰ ਹੁੰਦੇ ਆ। ਦੋਸਤ ਬੜਾ ਖੁਸ਼ ਹੈ, ਕਹਿੰਦਾ ਚੱਲ ਤੈਨੂੰ ਖਾਣਾ ਖੁਣਾ ਖਿਲਾਵਾਂ। ਇੰਨਾ ਪਿਆਰ ਮੇਰੇ ਨਾਲ ਕਰਦਾ। ਖਾਣਾ ਖਾਧਾ ਦੋਨਾਂ ਨੇ। ਹੁਣ ਦੋਨੇ ਜਦੋਂ ਤੁਰੇ, ਸ਼ਾਮ ਹੋ ਗਈ, ਅੱਗੇ ਰਸਤੇ ਕੁੱਤਾ ਖੜਾ ਹੈ, ਭੌਂਕ ਰਿਹਾ ਹੈ। ਹੁਣ ਜਦੋਂ ਕੁੱਤਾ ਭੌਂਕਦਾ ਹੋਇਆ ਆਇਆ ਤਾਂ ਨੱਥੂ ਲਾਲ ਨੇ ਧੱਕਾ ਦਿੱਤਾ ਆਪਣੇ ਦੋਸਤ ਨੂੰ ਕੁੱਤੇ ਵੱਲ ਨੂੰ। ਉਹ ਅੱਗੇ ਡਿੱਗਿਆ, ਕੁੱਤੇ ਨੇ ਲੱਤ ਫੜ ਲਈ, ਨੱਥੂ ਲਾਲ ਆਪ ਦੌੜ ਗਿਆ। ਅਗਲੇ ਦਿਨ ਜਦੋਂ ਦੋਸਤ ਮਿਲਿਆ, ਕਹਿੰਦਾ ਯਾਰ ਤੂੰ ਤਾਂ ਕਹਿੰਦਾ ਸੀ ਸ਼ੇਰ ਵੀ ਆ ਗਿਆ ਮੈਂ ਲੜ ਜਾਊਂ, ਤੂੰ ਤਾਂ ਕੁੱਤੇ ਨੂੰ ਦੇਖ ਕੇ ਮੈਨੂੰ ਉਹਦੇ ਅੱਗੇ ਧੱਕਾ ਮਾਰ ਕੇ ਆਪ ਦੌੜ ਗਿਆ, ਮੁਸੀਬਤ ਛੱਡ ਗਿਆ ਮੈਨੂੰ ਨਾ। ਇਹ ਕੀ ਸੀ? ਇਹ ਤੇਰਾ ਪਿਆਰ ਸੀ? ਉਹ ਨੱਥੂ ਲਾਲ ਕਹਿੰਦਾ ਯਾਰ ਸ਼ੇਰ ਦੀ ਗੱਲ ਹੋਈ ਸੀ, ਕੁੱਤੇ ਦੀ ਥੋੜੀ ਹੋਈ ਸੀ। ਜੇ ਸ਼ੇਰ ਹੁੰਦਾ ਤਾਂ ਯਾਦ ਰੱਖ ਮੈਂ ਹੀ ਅੱਗੇ ਹੋਣਾ ਸੀ। ਉਹ ਦੋਸਤ ਕਹਿੰਦਾ ਬਸ ਕਰ, ਪਤਾ ਲੱਗ ਗਿਆ, ਜਿਹੜਾ ਕੁੱਤੇ ਅੱਗੇ ਨਾ ਖੜ ਸਕਿਆ ਨਾ ਸ਼ੇਰ ਅੱਗੇ ਕੀ ਖੜਨਾ ਹੈ। ਇਹ ਦਿਖਾਵੇ ਦਾ ਪਿਆਰ ਹੁੰਦਾ ਹੈ, ਦੁਨੀਆ ਦਾ ਪਿਆਰ ਹੁੰਦਾ, ਕਿਉਂਕਿ ਦੁਨੀਆ ਕਹਿੰਦੀ ਬਹੁਤ ਕੁਛ ਹੈ ਔਰ ਕਰਦੀ ਕੁਛ ਵੀ ਨਹੀਂ। ਪਰ ਜਿਹੜੇ ਫਕੀਰਾਂ ਦੇ ਵਚਨ ਹੁੰਦੇ ਨਾ, ਕਹਿੰਦੇ ਸਲਤ ਵਚਨ ਪਲਟੇ ਨਹੀਂ, ਪਲਟ ਜਰੇ ਬ੍ਰਹਮੰਡ। ਸਾਧੂ ਬੋਲੇ ਸਹਿਜ ਸੁਹਾਓ, ਸਾਧੂ ਕਾ ਬੋਲਾ ਲਜਪਾਲ। ਜਰਾ ਗੌਰ ਕਰਨਾ, ਦਸੀਦਾ ਐਸੇ ਲਜਪਾਲ ਪ੍ਰੀਤ ਨੂੰ ਤੋੜਦੇ ਨਹੀਂ, ਉਹ ਜਿਹਦੀ ਬਾਹ ਫੜ ਲੈਂਦੇ ਉਹਨੂੰ ਛੋੜਦੇ ਨਹੀਂ। ਇਹ ਤੁਸੀਂ ਲਜਪਾਲਾਂ ਦੇ ਦਰ ਤੇ ਬੈਠੇ ਹੋ, ਕੋਈ ਦੁਨੀਆਦਾਰਾਂ ਦੇ ਦਰ ਤੇ ਨਹੀਂ ਬੈਠੇ ਜਿਹੜੇ ਕਹਿਣ ਕੁਛ ਤਾਂ ਕਰਨ ਕੁਛ। ਕਿਉਂਕਿ ਅੱਜ ਕੱਲ੍ਹ ਦਾ ਹਿਸਾਬ ਕਿਤਾਬ ਇਦਾਂ ਦਾ ਹੀ ਹੁੰਦਾ। ਅੱਜ ਕੱਲ੍ਹ ਬਹੁਤ ਇਦਾਂ ਦੇ ਹੈ ਕਿ ਜਿਹੜੇ ਗੱਲਾਂ ਤਾਂ ਬਹੁਤ ਬੜੀਆਂ ਬੜੀਆਂ ਕਰਦੇ ਆ, ਪਰ ਹੁੰਦਾ ਕੀ ਹੈ ਪਤਾ? ਕਹਿੰਦੇ ਇੱਕ ਫੌਜੀ ਰਿਟਾਇਰ ਹੋ ਗਿਆ, ਰਿਟਾਇਰ ਹੋਣ ਤੋਂ ਬਾਅਦ ਸਿਆਣਾ ਹੋ ਗਿਆ, 60-65 ਸਾਲ ਦੀ ਉਮਰ ਹੈ। ਇੱਕ ਦਿਨ ਆਪਣੇ ਕਿਸੇ ਦੋਸਤ ਨੂੰ ਮਿਲਣ ਵਾਸਤੇ ਯੂਪੀ ਬਿਹਾਰ ਦੀ ਬੱਸ 'ਤੇ ਬਹਿ ਗਿਆ। ਹੁਣ ਜਦੋਂ ਬੈਠਾ ਬੱਸ ਵਿੱਚ ਤਾਂ ਬੱਸ ਇੱਕ ਜੰਗਲ 'ਚ ਹੀ ਲੰਘਦੀ ਹੁੰਦੀ ਸੀ। ਉਹ ਜੰਗਲ 'ਚ ਹੁੰਦੇ ਸੀ ਖੁੰਖਾਰ ਡਾਕੂ, ਖੁੰਖਾਰ ਡਾਕੂ। ਹੁਣ ਜਦੋਂ ਸ਼ਾਮ ਹੋਈ ਤਾਂ ਬੱਸ ਵਾਲੇ ਨੇ ਬੱਸ ਰੋਕ ਦਿੱਤੀ। ਤਾਂ ਫੌਜੀ ਨੂੰ ਸੀਗਾ ਰਿਟਾਇਰ ਹੋ ਚੁੱਕਾ ਕਿ ਜਲਦੀ ਆਪਣੇ ਦੋਸਤ ਕੋਲ ਪਹੁੰਚਾਂ। ਤਾਂ ਉਹਨੇ ਪੁੱਛਿਆ ਬੱਸ ਕਿਉਂ ਰੋਕੀ? ਕੰਡਕਟਰ ਕਹਿੰਦਾ ਮਹਾਰਾਜ ਤੁਹਾਨੂੰ ਨਹੀਂ ਪਤਾ ਸੂਰਜ ਡੁੱਬਣ ਵਾਲਾ ਹੈ, ਤਾਂ ਅੱਗੇ ਇਲਾਕਾ ਬੜਾ ਖਤਰਨਾਕ ਹੈ, ਰਸਤੇ 'ਚ ਜੰਗਲੀ ਡਾਕੂ ਹੈ, ਜਿਹੜੀ ਵੀ ਬੱਸ ਕਾਰ ਰਾਤ ਨੂੰ ਜਾਂਦੀ ਉਹਨੂੰ ਲੁੱਟ ਲੈਂਦੇ ਹੈ, ਇਸ ਕਰਕੇ ਹੁਣ ਬੱਸ ਸਵੇਰੇ ਚਲੇਗੀ, ਅੱਜ ਦੀ ਰਾਤ ਇੱਥੇ ਆਪਾਂ ਆਰਾਮ ਕਰਨਾ। ਉਹ ਫੌਜੀ ਕਹਿੰਦਾ ਕਮਾਲ ਦੀ ਗੱਲ, ਉਹ ਮੈਨੂੰ ਦੇਖੋ ਮੈਂ ਫੌਜੀ ਹਾਂ, ਆ ਬੰਦੂਕ ਦੇਖੋ ਮੇਰੀ, ਕਿੰਨੀਆਂ ਲੜਾਈਆਂ ਮੈਂ ਲੜੀਆਂ, ਔਰ ਜੇ ਮੇਰੇ ਹੁੰਦਿਆਂ ਵੀ ਡਾਕੂਆਂ ਤੋਂ ਡਰ ਗਏ ਤਾਂ ਮੇਰੇ ਹੋਣ ਦਾ ਫਾਇਦਾ ਕੀ? ਮੈਂ ਹਾਂ ਤੁਹਾਡੀ ਰੱਖਿਆ ਕਰਨ ਨੂੰ, ਚਲਾਓ ਬੱਸ। ਮੈਨੂੰ ਕਾਹਲੀ ਹੈ ਆਪਣੇ ਦੋਸਤ ਕੋਲ ਪਹੁੰਚਣ ਦੀ, ਪੂਰੀ ਰਾਤ ਇੱਥੇ ਪਰੇਸ਼ਾਨ ਹੋਣਾ, ਤੋਰੋ, ਮੈਂ ਬੈਠਾ, ਮੇਰੇ ਹੁੰਦੇ ਡਰਨ ਦੀ ਲੋੜ ਨਹੀਂ। ਕਹਿੰਦੇ ਹੈ ਕੰਡਕਟਰ ਨੂੰ ਹੌਸਲਾ ਮਿਲਿਆ, ਸਵਾਰੀਆਂ ਨੂੰ ਹੌਸਲਾ ਮਿਲਿਆ ਕਿ ਲੱਗਦਾ ਤਾਂ ਹੈ ਮੁੱਛਾਂ ਤਾਂ ਐਨ ਵੱਟ ਦਿੱਤੇ ਹੋਏ ਹੈ, ਕਿਉਂਕਿ ਫੌਜੀਆਂ ਦੀਆਂ ਮੁੱਛਾਂ ਹੀ ਬਹੁਤ ਜ਼ਬਰਦਸਤ ਹੁੰਦੀਆਂ ਹੈ, ਦੇਖਣ ਨੂੰ ਤਾਂ ਰੋਹਦਾਰ ਬੰਦਾ ਲੱਗਦਾ ਹੈ। ਕਹਿੰਦੇ ਬਹਿ ਕੇ ਬੱਸ ਦੀ ਸੀਟ ਤੇ, ਚਲਾ ਲਈ ਡਰਾਈਵਰ ਨੇ ਬੱਸ, ਹੌਸਲੇ ਨਾਲ ਕਿ ਹੈ। ਹੁਣ ਜਦੋਂ ਬੱਸ ਅੱਗੇ ਪਹੁੰਚੀ ਤਾਂ ਅੱਗੇ ਦੇਖਿਆ ਲੱਕੜਾਂ ਰੱਖੀਆਂ ਹੋਈਆਂ ਰਸਤੇ 'ਚ। ਉਹ ਕਹਿੰਦੇ ਲੈ ਕੰਮ ਖਰਾਬ ਹੋ ਗਿਆ, ਆ ਗਏ ਡਾਕੂ, ਰਸਤਾ ਰੋਕਿਆ ਹੋਇਆ। ਉਹ ਕਹਿੰਦਾ ਫਿਕਰ ਨਾ ਕਰੋ, ਮੇਰੇ ਹੁੰਦਿਆਂ ਕਾਹਦੀ ਫਿਕਰ, ਦੇਖੋ ਐਵੇਂ ਹੀ ਹੈ, ਇਹ ਬਹੁਤ ਸੋਝੀਵਾਨ ਆ, ਮੈਂ ਕਈ ਲੜਾਈਆਂ ਲੜੀਆਂ, ਆ ਤਾਂ ਲੈਣ ਦੇ ਉਹਨਾਂ ਨੂੰ। ਜਦ ਨੂੰ 5-7 ਡਾਕੂ ਝਾੜੀਆਂ 'ਚ ਨਿਕਲ ਕੇ ਬੱਸ ਵੱਲੋਂ ਆ ਗਏ। ਕਹਿੰਦੇ ਮਹਾਰਾਜ ਆ ਗਏ। ਉਹ ਕਹਿੰਦਾ ਹਾਲੇ ਆਏ ਆ ਨਾ, ਆਏ ਹਾਲੇ, ਬੱਸ ਹੀ ਥੋੜੀ ਆਏ ਆ, ਫਿਕਰ ਨਾ ਕਰੋ, ਬੈਠਾ ਮੈਂ, ਦੇਖੋ ਬੰਦੂਕ ਮੇਰੀ। ਹੁਣ ਹੌਲੀ ਹੌਲੀ ਬੱਸੇ ਚੜ ਗਏ। ਉਹ ਕੰਡਕਟਰ ਬੱਸ 'ਚ ਆ ਗਏ, ਬੱਸ। ਉਹ ਕਹਿੰਦਾ ਬੱਸ 'ਚ ਹੀ ਆਏ, ਕੀਤਾ ਥੋੜੀ ਕੁਛ ਹਾਲੇ ਕੀਤਾ ਕੀ ਆ ਹੁਣ? ਉਹਨਾਂ ਨੇ ਆ ਕੇ ਸਮਾਨ ਖੋਣਾ ਸ਼ੁਰੂ ਕਰ ਦਿੱਤਾ, ਲਾ ਦਿਓ ਗਹਿਣੇ, ਕੱਢ ਦਿਓ ਪੈਸਾ, ਕੱਢ ਦਿਓ ਪਰਸ, ਸਾਰੇ ਲੁੱਟ ਕੇ ਜਦੋਂ ਗਠੜੀ ਬਣ ਕੇ ਤੁਰਨ ਲੱਗੇ, ਉਹ ਕਹਿੰਦੇ ਮਾਰਾ ਹੀ ਕਰੋ। ਕਹਿੰਦਾ ਹਾਲੇ ਕਿਹੜਾ ਗਏ ਆ, ਹਾਲੇ ਤਾਂ ਗਠੜੀ ਬੰਨੀ ਹੈ, ਗਏ ਥੋੜੀ ਹੈ। ਹੁਣ ਉਹਨਾਂ ਨੇ ਫਟਾਫਟ ਲੁੱਟਿਆ, ਸਮਾਨ ਇਕੱਠਾ ਕੀਤਾ, ਬੱਸ 'ਚ ਉਤਰ ਕੇ ਚਲੇ ਗਏ। ਚਲੋ ਚਲੇ ਗਏ, ਸਵਾਰੀਆਂ ਦੇਖਣ ਮਹਾਰਾਜ ਤੁਸੀਂ ਕੀ ਕੀਤਾ, ਗੱਲਾਂ ਤਾਂ ਬੜੀਆਂ ਬੜੀਆਂ ਕਰਦੇ ਸੀ। ਉਹ ਕਹਿੰਦਾ ਸ਼ੁਕਰ ਕਰੋ ਜਾਨ ਬਚ ਗਈ ਹੈ, ਹੁਣ ਲੁੱਟਣ ਨੂੰ ਕੁਛ ਨਹੀਂ, ਤੋਰੋ ਬੱਸ ਚਲੀਏ। ਹੈ ਸਮਾਨ ਹੀ ਗਿਆ, ਜਾਨਾਂ ਤਾਂ ਬਚ ਗਈਆਂ ਨਾ ਸਾਡੀਆਂ, ਚਲੋ ਚਲੀਏ। ਹੁਣ ਜ਼ਰਾ ਸਮਝਣਾ ਸਾਰਿਆਂ ਨੇ। ਹੁਣ ਕਈ ਸੱਜਣ ਮਿੱਤਰ ਨਾ ਇਦਾਂ ਦੀਆਂ ਗੱਲਾਂ ਵੀ ਬੜੀਆਂ ਕਰਨ ਵਾਲੇ ਹੁੰਦੇ ਆ ਨਾ, ਸਾਨੂੰ ਗੱਲਾਂ ਤਾਂ ਬੜੀਆਂ ਬੜੀਆਂ ਕਰਨਗੇ, ਤੈਨੂੰ ਇੱਥੋਂ ਬਚਾ ਲਾਵਾਂਗੇ, ਤੈਨੂੰ ਉੱਥੋਂ ਬਚਾ ਲਾਵਾਂਗੇ, ਤੈਨੂੰ ਆਹ ਦੁੱਖ ਤੋਂ ਬਚਾ ਲਾਵਾਂਗੇ। ਇਹ ਹਾਲਾਤ ਦੱਸੀਏ ਜ਼ਰਾ, ਇਹ ਜਿਹੜੀ ਕਹਾਣੀ ਪਤਾ ਕਿੱਥੇ ਢੁਕਦੀ ਹੈ?
ਹੁਣ जरा सोचो, कई ऐसे दरबार, कई ऐसे होर सी ਜਿਹੜੇ ਕਹਿੰਦੇ ਤੁਹਾਡੀ ਇੱਥੇ ਰੱਖਿਆ ਕਰਾਂਗੇ, ਤੁਹਾਡੀ ਉੱਥੇ ਰੱਖਿਆ ਕਰਾਂਗੇ, ਪਰ ਜਿੱਦਾਂ ਹੀ ਆ ਕਰੋਨਾ ਦਾ ਡਾਕੂ ਆਇਆ ਨਾ, ਉਹ ਦਰਵਾਜ਼ੇ ਬੰਦ ਕਰਕੇ ਬਹਿ ਗਏ, ਭਾਈ ਬਚਾ ਲਓ ਸਾਨੂੰ, ਬਚਾ ਲਓ ਕਿਤੇ ਕੁਝ ਸਾਨੂੰ ਨਾ ਹੋ ਜਾਵੇ। ਉਹ ਆਪ ਬਹਿ ਗਏ ਮਾਸਕ ਲਾ ਕੇ, ਬੈਠ ਗਏ ਕੈਬਨ ਬਣਾ ਕੇ। ਉਹ ਤੁਸੀਂ ਤਾਂ ਗੱਲਾਂ ਕਰਦੇ ਸੀ ਸਾਡੀ ਰੱਖਿਆ ਕਰਨ ਦੀਆਂ, ਤਾਂ ਤੁਸੀਂ ਆਪ ਹੀ ਡਰ ਕੇ ਬਹਿ ਗਏ। ਅੱਗੇ ਮਾਲਕਾਂ ਦਾ ਦਰਬਾਰ, ਇਹ ਤੁਸੀਂ ਦੇਖੋ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਸੀ, ਪਰ ਨਾ ਐਸੀ ਡਰੇ ਤਾਂ ਨਾ ਆਪਣੇ ਪਿਆਰਿਆਂ ਨੂੰ ਡਰਨ ਦਿੱਤਾ ਸੀ। और कई तो हाले भी बंद होके बैठे हुए हैं, नहीं जी हाले नहीं मिलना, हाले हालात ठीक होंगे फिर मिलांगे, फिर सत्संग होएगा, फिर ये होएगा, फिर वो होएगा। ਅਸੀਂ ਕਹਿੰਦੇ ਇਹੀ ਟਾਈਮ ਤਾਂ ਹੁੰਦਾ ਜਦੋਂ ਬੰਦੇ ਨੂੰ ਮੁਰਸ਼ਿਦ ਦੀ, ਗੁਰੂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਜਦੋਂ ਹਾਲਾਤ ਮਾੜੇ ਹੁੰਦੇ ਹੈ, ਜੀਵਨ 'ਚ ਡਰ ਜ਼ਿਆਦਾ ਹੁੰਦਾ ਹੈ, ਚਿੰਤਾ ਜ਼ਿਆਦਾ ਹੁੰਦੀ ਹੈ, ਉਸ ਲਈ ਤਾਂ ਮੁਰਸ਼ਿਦ ਚਾਹੀਦਾ ਹੈ ਜੋ ਐਸੀ ਹਿੰਮਤ, ਇੰਨਾ ਹੌਸਲਾ ਦੇ ਦੇਵੇ ਕਿ ਉਹ ਪਰੇਸ਼ਾਨੀਆਂ, ਤਕਲੀਫਾਂ, ਦੁੱਖਾਂ ਦੇ ਕੁੱਤੇ ਉਹ ਆਪਣੇ ਆਪ ਹੀ ਦੂਰ ਹੁੰਦੇ ਚਲੇ ਜਾਣ ਤੇ ਅਸੀਂ ਆਪਣੇ ਜੀਵਨ ਦਾ ਸਫ਼ਰ ਆਰਾਮ ਨਾਲ ਕਰਦੇ ਚਲੇ ਜਾਈਏ। ਇਸ ਲਈ ਇੱਕ ਦਿਨ ਵੀ ਕਿਸੇ ਡਰ ਤੋਂ, ਵਾਇਰਸ ਦੇ ਡਰ ਤੋਂ ਦਰਬਾਰ ਕਦੀ ਬੰਦ ਨਹੀਂ ਹੋਇਆ, ਕਿਉਂਕਿ ਇੱਥੇ ਆ ਕੇ ਤਾਂ ਇੰਨਾ ਹੌਸਲਾ, ਇੰਨੀ ਹਿੰਮਤ ਸਭ ਨੂੰ ਮਿਲਦੀ ਸੀ ਕਿ ਬਾਹਰ ਦੁਨੀਆ ਡਰੀ ਹੋਈ ਸੀ, ਤਾਂ ਮਾਲਕ ਦੇ ਜਿਹੜੇ ਪਿਆਰੇ ਆ ਨਾ, ਉਹ ਨਿਡਰ ਹੋ ਕੇ ਘੁੰਮਦੇ ਸੀ, ਹੋ ਕੇ ਕਹਿੰਦੇ ਮੇਰਾ ਮਾਲਿਕ ਮੇਰੇ, जब मेरा मालिक मेरे साथ है तो डरने की क्या। इसलिए ਅਸੀਂ ਕਵਾਂਗੇ ਕਿ ਨਾ ਅਸੀਂ ਆਪ ਡਰੇ ਆ, ਤਾਂ ਨਾ ਹੀ ਆਪਣੇ ਪਿਆਰਿਆਂ ਨੂੰ ਕਦੀ ਡਰਨ ਦੇਣਾ ਹੈ। ਇਹ ਗੱਲ ਯਾਦ ਰੱਖੋ ਹਮੇਸ਼ਾ। ਇਸ ਲਈ ਰਸਤੇ ਜਿੰਨੀਆਂ ਮਰਜ਼ੀ ਕੁੱਤੇ ਬਿੱਲੀਆਂ ਰੂਪੀ ਪਰੇਸ਼ਾਨੀਆਂ ਆਣ, ਡਰਨ ਦੀ ਲੋੜ ਨਹੀਂ ਹੈ। ਜਿੱਦਾਂ ਮੌਲਾਨਾ ਰੂਮੀ ਨੇ ਕਿਹਾ, ਬੇਟਾ ਦੁਆ ਕਰ ਆਪਣੇ ਖੁਦਾ ਅੱਗੇ, ਉਹਦੀ ਰਹਿਮਤ ਤੇਰੀ ਮਦਦ ਵਾਸਤੇ ਆਏਗੀ। ਹਰ ਜਗ੍ਹਾ ਉਹੀ ਹੈ, ਬਾਕੀ ਮੈਂ ਖੜਾ, ਤੂੰ ਚੱਲ, ਕੁੱਤੇ ਤੇਰਾ ਕੁਝ ਨਹੀਂ ਵਿਗਾੜ ਸਕਦੇ। ਇਦਾਂ ਹੀ ਅਸੀਂ ਵੀ ਕਵਾਂਗੇ, ਜੀਵਨ 'ਚ ਜਿੰਨੀਆਂ ਮਰਜ਼ੀ ਸਮੱਸਿਆਵਾਂ, ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਆਣ, चिंता ना करो, सच्चे दिल ना अरदास करो, दुआ करो अपने मालिक के अगे, और विश्वास रखो उसकी रहमत जरूर होएगी, मेरिया झोलियां जरूर भरनगियां और मेरा मालिक मेरे नाल। और असीं नाल खड़े हां, तुहानूं हमेशा हिम्मत देण नूं सहारा दे। ये विश्वास रखना है तुसीं। बोलो विश्वास है कि नहीं? ते कह दिओ मैनूं मेरे मालिक दे पूरा, मैनूं मेरे मालिक दे पूरा, मैनूं मेरे मालिक दे पूरा। और ये विश्वास नूं कदी टुटण नहीं देना। समझदे हो कि नहीं? क्योंकि यही वो रिश्ता है, यही वो नाता है जो सानू साडे मालिक नाल जोड़ के रखता है। समझदे हो कि नहीं? इसलिए ये चार गल्लां दस के मौलाना रूमी ने उहदे अंदर इन्नी हिम्मत पैदा की, वो निडर हो के अगे वधदा चला गया। क्योंकि फिर इत्थे गल कहांगे कि जो रास्ते कुत्तियां दी फिक्र करते हैं ना, कदी अपनी मंजिल तक पहुंच नहीं सकते। इसी तरह रास्ते च आने वाली परेशानियां, तकलीफां, दुखों की फिक्र अगर करांगे तो जरा सोचो, जे एक मां सोचे कि बच्चे नूं जन्म देण लग्या तो पीड़ बड़ी हुंदी है, तकलीफ बड़ी हुंदी, मैं तकलीफ बर्दाश्त नहीं कर सकती, तो कभी भी नवीं जिंदगी नूं जन्म, जिहड़ी हर तकलीफ झल्लण नूं तैयार है, जे इंसान हर दुख झल्लण नूं तैयार है, तो फिर हर सुख पाउण नूं भी वो तैयार हो जाता है। क्योंकि पहला दुख झल्लना पैंदा, सुख तां बाद विच आंदा है। तां ही तां कुदरत ने देखो ये नियम रखा है कि बदामां दी गिरी दे बाहर सख्त खोल है, क्योंकि कुदरत कीमती चीज नूं हमेशा सख्त हालातां विच छुपा के रखती है। क्योंकि कुदरत यही कहती है कि यह कीमती चीज तक वही पहुंच सकता जिहड़ा सख्त हालातां नूं तोड़न वास्ते तैयार होवे। इसलिए तुहाडे जीवन च जिन्ने भी सख्त हालात आंदे है, ये याद रखो, इन्हां सख्त हालातां दे अंदर ही मिठा फल छुपिया है। जे मैं मिठे फल तक पहुंचना है तो इन्हां हालातां दा सामना करने वास्ते मैनूं तैयार रहना चाहिए है। इन्नी हिम्मत, इन्ना हौसला मेरे अंदर रहना चाहिए है कि हर हालात नूं झल्लण नूं मैं तैयार हाँ। और तैयार क्यों ना होवां जब मेरा मालिक मेरे, तो तुसीं तैयार हो कि नहीं? और दूसरी गल, कदी एक बार कोशिश करके ना हार मान लिया करो। हुण एक गल दा जवाब देना, एक सेब दा पेड़ है, वो सेब दे पेड़ ते हज़ारां सेब लगदे है, ठीक है? फिर असीं एक सेब तोड़दे हैं, एक सेब तोड़ के उन्होंने कटते हैं, तो एक सेब के 10-12 बीज होंगे, 10-12 या 15 की होंगे है बीज, वो बी। हुण जे कुदरत चाहती तो एक बीज भी रख सकती सी, पर वो 10-12 बीज क्यों रखती है? क्योंकि कुदरत नूं भी पता है कि जे सेब के पेड़ नूं दोबारा पैदा करना है तो कई बार इक्को ही बीज सफल नहीं हुंदा। उत्थे ऑप्शन रखती है कुदरत कि एक सफल ना हो तो दूजा होएगा, दूजा ना होया तीजा होएगा, तीजा ना होया चौथा होएगा। यानी है ना 10-12 बीजा चो एक बीज जरूर वृक्ष बनेगा। तो कुदरत भी कहती ऑप्शन,
सो तू भी एक कोशिश करदा मेरा काम नहीं बनता, एक कोशिश की काम करके हार के बह गया, तो कुदरत कहती है वो फला फ्रूटा तो निशानियां लै कि मैं उत्थे भी कहती हाँ कि तू कोशिश कर। एक अंब अंदर एक गुठली हुंदी है, पर वो एक पेड़ ते हज़ारां अंब कुदरत क्यों लांदी है? ताकि जे एक गुठली पेड़ ना बन सके दूजी बने, दूजी ना बन सके तीजी बने। वो कहते कोशिश उदों तक करता रहे जब तक वो गिटक वृक्ष ना बन जाए। इतने तेनों भी कोशिश करते रहना चाहिए है। जे तेनों नौकरी चाहिए है तो एक दो जगह कोशिश करके हार मन के ना बह, बल्कि बना ला कि उदों तक मैं कोशिश करते रहना है जब तक मैनू कामयाबी नहीं मिल जाती। कहते ने एक फकीर के बारे कहावत मशहूर सी कि वो फकीर जदों नचते सी बारिश हुंदी सी। जरा समझना, कहावत मशहूर सी जदों भी फकीर नचते बारिश हुंदी सी। तो एक बार कुछ नौजवान आ गए, कहते ये किद्दां हो सकता कि फकीर नचण तो बारिश होवे? तो उन्होंने जाके फकीर नूं कहा असीं नहीं मनदे ये गल नूं कि फकीर नच्चे तो बारिश हुंदी है। तो उसले फकीर कहते भाई अपनी अपनी समझ है, अपना अपना विश्वास है। तो नौजवान कह लगे अच्छा जे तुहाडे नच्चियां ते बारिश हो जाती है, हो सकती है, तो वैसे भी नच के देख लेंगे, साडे नच्चना भी बारिश हो जाए। फकीर कहते नच लो फिर। हुण चार ही नौजवान नच्चण लगे। 10 मिनट होए नचदियां, उपर देखण धुप्प है। 10 मिनट होए, एक 10 मिनट ते रुक गया, दूजा 15 मिनट ते रुक गया, तीजा 20-25 मिनट ते रुक गया, चौथे दी अद्धे घंटे जी बस हो गई, बह गए सारे। कहते बारिश तो होई नहीं, कभी नच्चण भी बारिश हुंदी है? फकीर कहते हुंदी है अगर विश्वास होवे। तो कहते मारे करके दिखाओ फिर। फकीर कहते लाओ फिर। फकीर अपनी मस्ती च अपने रब अगे अरदास की, दुआ की। हुण पहली गल ये समझ लेना कि नौजवानों ने नचना शुरू किया सी पर दुआ नहीं की सी। इहनूं कहंदे मेहनत मेरी। सो कोई भी काम शुरू करना है, कोई भी मेहनत का काम होवे, चाहे रहमत का काम होवे, उत्थे अरदास करनी, फरियाद करनी जरूरी है कि मेरे मालिक का काम शुरू कर लगा, रहमत तू करनी है, इज्जत मेरी तू रखनी है। फकीर ने दुआ की और नचना शुरू कर दिता। अद्धा घंटा होया, घंटा होया, 1.5 घंटा होया, 2 घंटे होए, 2.5 घंटे, 3 घंटे, 4 घंटे, 5 घंटे। फकीर नचते जा रहे, नचते जा रहे, नचते जा रहे। करदे करदे 8 घंटे हो गए। बरसात होनी शुरू हो गई, बदल आए, बरसात होनी शुरू हो गई। वो नौजवान कहते कमाल की गल है, जिद्दे बरसात शुरू हुई फकीर शांत हो के बह गए। कहते कमाल की गल है, मारे ये कितना चमत्कार, तुहाडे नच्चण नाल बरसात कितना हो गई, ये की चमत्कार? फकीर कहते 2 गल्लां समझ लो कि पहली गल मैं जब भी नचना शुरू करता तो अपने रब अगे अरदास करता है कि बरसात तू करनी है, और दूसरी मेरी आदत है मैं उदों तक नचनों हटदा नहीं जब तक बरसात शुरू ना हो जाए। जे 24 घंटे भी मैनूं नचना पैंदा तो मैं नचदे रहना सी, क्योंकि ये मेरी रब की इज्जत का सवाल सी, ये मेरे प्रेम का सवाल सी। इसलिए कोशिश मैनू करनी पैनी है तो रहमत मेरे मालिक ने करनी है। इत्थे बंदा कहता रब्बा कामयाबी दें, 4 कदम तुरदा है, यानी पहुंचना असीं चंद्रमे ते चाहते हैं, तो नज़र साडी हुशियारपुर है। हुण जिथे जाना है ना, नज़र भी सानू, कोशिश भी सानू उन्नी करनी पैनी है। जिद्दां कहंदे JF कैनेडी अमेरिका का राष्ट्रपति जो सी, उन्हें जदों फैसला किया कि मैं चंद्रमे ते पहुंचाना है जान नू, यानी फैसला लिया कैनेडी ने, क्योंकि वो समय च ही ये अभियान शुरू होया, मिशन शुरू होया। जदों जान चंद्रमे ते पहुंचे तो उन्हें जदों सोचा कि चंद्रमे ते जाना है तो अपने साइंटिस्ट इकट्ठे किए अपने देश के। तो उन्होंने कहा अज तक कोई गया नहीं, अज तक किसी ने उत्थे पैर नहीं रखिया। तो कैनेडी ने कहा इसलिए अज तक कोई गया नहीं क्योंकि अज तक किसी ने कोशिश भी की नहीं। इसलिए ताही तो मैं चाहता हाँ कि इस अभियान में मैनू कामयाबी मिले। तो तुसी जो कर सकते हो चंद्रमे ते पहुंचने वास्ते करो, जिन्ना खर्चा आंदा है मैं करन नू तैयार, पर यह मिशन फतेह करना है क्योंकि बहुत बड़ा मिशन। जदों ये शुरुआत हुई ना मिशन की, कहते पूरे संसार दी नज़रां उत्थे सी कि लै भी अमेरिका चंद्रमे ते जाने की कोशिश कर रहा है, हुण की बनेगा, की वो सफल होएगा कि नहीं। तो जिहड़े विरोधी पार्टी वाले सी उन्होंने बड़ा विरोध किया कि पैसे की बर्बादी है, समय की बर्बादी है, अज तक कोई चंद्रमे ते नहीं गया, चंद्रमे ते कोई जा ही नहीं सकता। इसलिए विरोधी पार्टी वाले ने बड़े बैनर इदां लाने शुरू किए कैनेडी के खिलाफ। ये तो पागल हो गया, दिमाग खराब है, कोई चंद्रमे ते गया अज तक। क्योंकि जदों तुसीं कुछ अच्छा करना है ना, तो याद रखो तुहानूं विरोध का भी सामना करना पैना है, तुहानूं लोगों दी गल्लां भी
ਸੁਣਨੀਆਂ ਪੈਣੀਆਂ ਹੈ। ਤਾਂ ਜੇ ਕੈਨੇਡੀ ਵਿਰੋਧੀ ਪਾਰਟੀ ਦਾ ਵਿਰੋਧੀਆਂ ਦੀਆਂ ਗੱਲਾਂ ਸੁਣ ਕੇ ਹਿੰਮਤ ਹਾਰ ਕੇ ਬਹਿ ਜਾਂਦਾ ਤਾਂ ਸ਼ਾਇਦ ਚੰਦਰਮੇ ਤੇ ਕੋਈ। ਹੁਣ ਇੱਥੇ ਅਸੀਂ ਕੀ ਕਹਿਣਾ ਚਾਹਾਂਗੇ ਕਿ ਦੁਨੀਆ ਕੁਝ ਵੀ ਕਵੇ, ਪਰ ਤੁਸੀਂ ਕਦੀ ਦੁਨੀਆ ਦੀਆਂ ਗੱਲਾਂ ਸੁਣ ਕੇ ਨਿਰਾਸ਼ ਨਹੀਂ ਹੋਣਾ, ਉਦਾਸ ਨਹੀਂ ਹੋਣਾ, ਬਲਕਿ ਵਿਸ਼ਵਾਸ ਰੱਖਣਾ ਹੈ ਕਿ ਮੈਨੂੰ ਜੇ ਮੇਰੇ ਮਾਲਿਕ ਨੇ ਜ਼ਿੰਦਗੀ ਦਿੱਤੀ ਹੈ ਤਾਂ ਉਹਦਾ ਸਾਥ ਚਾਹੀਦਾ ਹੈ। ਫਿਰ ਦੁਨੀਆ ਸਾਥ ਦੇਵੇ ਨਾ ਦੇਵੇ, ਜੇ ਉਹ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਉਹਦਾ ਸਾਥ ਚਾਹੀਦਾ ਮੈਨੂੰ। ਹੁਣ ਕਹਿੰਦੇ ਜਦੋਂ ਇਹ ਅਭਿਆਨ ਸ਼ੁਰੂ ਕੀਤਾ ਤਾਂ ਨਵਾਂ ਅਭਿਆਨ ਸੀ, ਖਰਚਾ ਬਹੁਤ ਹੋ ਰਿਹਾ ਸੀ। ਉਸ ਵੇਲੇ ਕੈਨੇਡੀ ਨੇ ਜੋ ਆਪਣੇ ਦੇਸ਼ ਦੇ ਅੱਛੇ ਬਿਜ਼ਨਸਮੈਨ ਸੀ ਉਹਨਾਂ ਨੂੰ ਵੀ ਕਿਹਾ ਹੈਲਪ ਕਰੋ। ਜਿੱਦਾਂ ਕੋਈ ਵੀ ਬੜੇ ਕੰਮ ਹੁੰਦੇ ਨਾ ਤਾਂ ਬੜੇ ਬਿਜ਼ਨਸਮੈਨ ਹੈਲਪ ਕਰਦੇ, ਡੋਨੇਸ਼ਨ ਕਰਦੇ। ਜਿੱਦਾਂ ਕਈ ਵਾਰ ਦੇਖਿਆ ਨਾ ਕਿ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਭਿਆਨ ਚਲਾ ਦੇਵੇ ਕਿ ਦੇਸ਼ ਵਿੱਚ ਇੰਨੇ ਪੇੜ ਲਾਣੇ ਆ ਤਾਂ ਕਈ ਆਪਣੇ ਵੱਲੋਂ ਦਿੰਦੇ, ਲਓ ਜੀ 100 ਪੇੜ ਮੇਰੇ ਵੱਲੋਂ ਲੈ ਲਓ, 1000 ਪੇੜ ਮੇਰੇ ਵੱਲੋਂ ਲੈ ਲਓ। ਜਾਂ ਪਿੱਛੇ ਕਸ਼ਮੀਰ ਦੇ ਵਿੱਚ ਜੋ ਘਾਇਲ ਹੋਏ ਸੀ ਜਾਂ ਉਹਨਾਂ ਦੇ ਰਿਲੀਫ ਫੰਡ ਵਾਸਤੇ ਤੁਸੀਂ ਦੇਖੋ ਲੋਕਾਂ ਨੇ ਕਿੰਨਾ ਦਾਨ ਕੀਤਾ, ਕਿਉਂਕਿ ਜਿਸ ਵੇਲੇ ਕੋਈ ਅਭਿਆਨ ਚੱਲਦਾ ਨਾ ਤਾਂ ਸਾਰੇ ਉਹ 'ਚ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦੇ ਆ। ਉਸ ਲਈ ਸਾਰਿਆਂ ਨੇ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਸੀ, ਕੋਸ਼ਿਸ਼ ਕੀਤੀ ਸੀ, ਕੈਨੇਡੀ ਨੇ ਇੱਕ ਸਭਾ ਰੱਖੀ, ਉਸ ਪ੍ਰਯੋਗਸ਼ਾਲਾ ਵਿੱਚ ਉਹਨਾਂ ਨੂੰ ਬੁਲਾਇਆ ਸਨਮਾਨਿਤ ਕਰਨ ਵਾਸਤੇ। ਹੁਣ ਜਦੋਂ ਕਹਿੰਦੇ ਸਾਰਿਆਂ ਨੂੰ ਰਾਸ਼ਟਰਪਤੀ ਮਿਲ ਰਿਹਾ ਹੈ, ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ, ਤਾਂ ਇੱਕ ਆਦਮੀ ਨੂੰ ਮਿਲਿਆ ਜੋ ਦੇਖਣ ਨੂੰ ਸਧਾਰਨ ਜਿਹਾ ਲੱਗਦਾ ਸੀ, ਉਹਨੂੰ ਵੀ ਮਿਲਿਆ ਤਾਂ ਉਹਨੂੰ ਪੁੱਛਿਆ, ਭਾਈ ਤੂੰ ਕੌਣ ਹੈ? ਕੋਈ ਬਿਜ਼ਨਸਮੈਨ ਤਾਂ ਲੱਗਦਾ ਨਹੀਂ, ਕੋਈ ਬੜਾ ਆਦਮੀ ਤਾਂ ਲੱਗਦਾ ਨਹੀਂ, ਤੂੰ ਕੌਣ ਹੈ? ਤਾਂ ਉਸ ਵੇਲੇ ਉਹਨਾਂ ਕਿਹਾ, ਜੀ ਮੈਂ ਇਸ ਪ੍ਰਯੋਗਸ਼ਾਲਾ 'ਚ ਸਵੀਪਰ ਦਾ ਕੰਮ ਕਰਦਾ ਹਾਂ। ਸਵੀਪਰ ਯਾਨੀ ਪੋਚਾ ਲਾਉਣ ਵਾਲਾ, ਜਿਹਦੀ ਸਫਾਈ ਦਾ ਖਿਆਲ ਰੱਖਦਾ ਹੈ। ਉਹ ਕਹਿੰਦੇ ਤੂੰ ਸਵੀਪਰ ਦਾ ਕੰਮ ਕਰਦਾ ਹੈ? ਉਹ ਕਹਿੰਦਾ ਕੰਮ ਬੇਸ਼ੱਕ ਮੈਂ ਸਵੀਪਰ ਦਾ ਕਰਦਾ ਹਾਂ, ਪਰ ਇਸ ਬਹੁਤ ਬੜੇ ਮਿਸ਼ਨ ਵਿੱਚ ਮੈਂ ਵੀ ਸਹਿਯੋਗ ਦੇ ਰਿਹਾ। ਪੁੱਛਿਆ ਕਿੰਨਾ ਸਹਿਯੋਗ ਦਿੱਤਾ? ਤਾਂ ਉਹਨਾਂ ਦੱਸਿਆ ਕਿ ਆਪਣੀ ਜਮ੍ਹਾਂ ਪੂੰਜੀ ਦਾ $1000 ਉਸ ਵੇਲੇ ਬਹੁਤ ਹੁੰਦਾ ਸੀ, $1000 ਇਹ ਸਵੀਪਰ ਨੇ ਵੀ ਜੋੜ ਕੇ ਰੱਖਿਆ ਸੀ, ਉਹ ਵੀ ਇਸ ਅਭਿਆਨ ਵਿੱਚ ਦਿੱਤਾ। ਉਹ ਕਹਿੰਦਾ ਜੀ ਮੈਂ ਇਸ ਬਹੁਤ ਬੜੇ ਮਿਸ਼ਨ ਵਿੱਚ ਸਹਿਯੋਗ ਦੇ ਰਿਹਾ ਹਾਂ। ਕੈਨੇਡੀ ਨੇ ਕਹਿੰਦੇ ਸਪੈਸ਼ਲ ਉਹਨੂੰ ਹੱਥ ਮਿਲਾ ਕੇ ਗੱਲ ਨਾਲ ਲਾਇਆ। ਕਿਉਂ ਗੱਲ ਨਾਲ ਲਾਇਆ? ਕਿ ਇੱਕ ਇਹ ਵੀ ਸਮਝ ਸਕਦਾ ਸੀ ਮੈਂ ਤਾਂ ਇੱਕ ਸਵੀਪਰ ਹਾਂ, ਯਾਨੀ ਪੋਚਾ ਲਾਉਣ ਵਾਲਾ ਸਫਾਈ ਕਰਮਚਾਰੀ ਹਾਂ ਮੈਂ। ਉਹ ਇਦਾਂ ਵੀ ਸਮਝ ਸਕਦਾ ਸੀ, ਪਰ ਉਹਨੇ ਇਹ ਨਹੀਂ ਸਮਝਿਆ ਕਿ ਮੈਂ ਕੋਈ ਬਹੁਤ ਛੋਟਾ ਸਫਾਈ ਕਰਮਚਾਰੀ ਹਾਂ, ਬਲਕਿ ਉਹਨੇ ਕੀ ਸਮਝਿਆ ਕਿ ਮੈਂ ਇਸ ਬਹੁਤ ਬੜੇ ਮਿਸ਼ਨ ਦਾ ਇੱਕ ਹਿੱਸਾ ਹਾਂ, ਮੈਂ ਵੀ ਇਹ 'ਚ ਸਹਿਯੋਗ ਦੇ ਰਿਹਾ ਹਾਂ ਇਹ ਮਿਸ਼ਨ ਨੂੰ ਸਫਲ ਕਰਨ ਵਿੱਚ। ਕਿਉਂਕਿ ਜਿੱਦਾਂ ਦੀ ਇਨਸਾਨ ਦੀ ਸੋਚ ਹੁੰਦੀ ਹੈ ਨਾ, ਜੇ ਤੁਸੀਂ ਕੋਈ ਛੋਟਾ ਵੀ ਕੰਮ ਕਰਦੇ ਹੋ ਤਾਂ ਯਾਦ ਰੱਖੋ, ਛੋਟਾ ਕੰਮ ਕਰਕੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ, ਬਲਕਿ ਇਹ ਸੋਚੋ ਇਸ ਸੰਸਾਰ ਨੂੰ ਸੁੰਦਰ ਬਣਾਉਣ ਵਿੱਚ, ਇਸ ਸੰਸਾਰ ਨੂੰ ਖੂਬਸੂਰਤ ਬਣਾਉਣ ਵਿੱਚ ਮੈਂ ਵੀ ਇਹ ਰੱਬ ਦੇ ਬਹੁਤ ਬੜੇ ਮਿਸ਼ਨ ਵਿੱਚ ਸਹਿਯੋਗ ਦੇ ਰਿਹਾ ਹਾਂ। ਔਰ ਮੈਂ ਕੋਸ਼ਿਸ਼ ਕਰਾਂ ਸਭ ਨੂੰ ਖੁਸ਼ੀ ਦੇਵਾਂ, ਸਭ ਦੇ ਨਾਲ ਅੱਛਾ ਬੋਲਾਂ, ਤਾਂ ਕਿ ਕਮ ਸੇ ਕਮ ਮੈਂ ਰੱਬ ਦੇ ਬਣਾਏ ਸੰਸਾਰ 'ਚ ਕੁਝ ਐਸਾ ਤਾਂ ਕਰਾਂ ਜਿਨ੍ਹਾਂ ਦੂਜਿਆਂ ਨੂੰ ਖੁਸ਼ੀ ਮਿਲੇ, ਤਾਂ ਮੈਂ ਵੀ ਕਹਿ ਸਕਾਂ ਕਿ ਇਹ ਮਾਲਿਕ ਹੈ, ਪ੍ਰਮਾਤਮਾ ਹੈ, ਪ੍ਰਭੂ, ਮੈਂ ਵੀ ਤੇਰੇ ਇਸ ਮਹਾਨ ਮਿਸ਼ਨ ਵਿੱਚ ਤੇਰਾ ਸਹਿਯੋਗ ਦੇ ਰਿਹਾ। ਜਾਂ ਇਹਨੂੰ ਇਦਾਂ ਸਮਝ ਲਓ ਕਿ ਜਿੱਦਾਂ ਦੱਸਿਆ ਕਿ ਹੁਣ 2 ਅਕਤੂਬਰ ਦਾ ਦਿਨ ਆ ਰਿਹਾ ਕਿ ਨਹੀਂ, ਕਿਉਂਕਿ ਅੱਜ 19 ਅਗਸਤ ਹੋ ਗਈ ਹੈ। ਹੁਣ 2 ਅਕਤੂਬਰ ਦਾ ਦਿਨ ਆ ਰਿਹਾ, ਬੜੇ ਮਾਲਕਾਂ ਦਾ ਬੀਬੀ ਹਜ਼ੂਰ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ। ਔਰ ਉਸ ਦੇ ਨਾਲ ਹੀ ਜੋ 171 ਫੁੱਟ ਉੱਚਾ ਨਿਸ਼ਾਨ ਸਾਹਿਬ, ਉਹ ਵੀ ਪਹਿਲੀ ਵਾਰ ਚੜ੍ਹਨਾ ਹੈ। ਸਮਝ ਲੈ ਦਿਨ ਬਹੁਤ ਖਾਸ ਹੈ। ਔਰ ਇੱਥੇ ਤੁਹਾਨੂੰ ਵੀ ਇਹ ਕਹਿਣਾ ਚਾਹਾਂਗੇ ਕਿ ਇਹ ਖਾਸ ਦਿਨ, ਇਹ ਬਹੁਤ ਮਹਾਨ ਦਿਨ ਹੈ, ਬਹੁਤ ਬੜਾ ਦਿਨ ਹੈ। ਔਰ ਜਿਹੜੇ ਬੜੇ ਦਿਨ ਹੁੰਦੇ ਨਾ, ਇਹ ਤੁਹਾਡੇ ਵਰਗੇ ਪਿਆਰਿਆਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦੇ ਆ। ਔਰ ਸਾਡਾ ਇੱਕ ਮਕਸਦ ਹੈ, ਜਿੱਦਾਂ ਪਹਿਲਾਂ ਹੀ ਦੱਸਿਆ, ਕਿ ਇਸ ਸੰਸਾਰ ਨੂੰ ਖੁਸ਼ੀਆਂ ਦੇ ਨਾਲ, ਆਨੰਦ ਨਾਲ, ਪ੍ਰੇਮ ਦੇ ਨਾਲ, ਸ਼ਾਂਤੀ ਦੇ ਨਾਲ ਭਰਪੂਰ ਕਰੀਏ। ਇਹ ਸਾਡਾ ਬਹੁਤ ਬੜਾ ਮਿਸ਼ਨ ਹੈ। ਅਸੀਂ ਚਾਹਾਂਗੇ ਤੁਸੀਂ ਵੀ ਸਾਡਾ ਸਹਿਯੋਗ ਦੇਵੋ ਕਿ ਅਸੀਂ ਵੀ ਮਾਲਕਾਂ ਦੇ ਬਹੁਤ ਬੜੇ ਮਿਸ਼ਨ ਵਿੱਚ ਆਪਣੇ ਵੱਲੋਂ ਪੂਰਾ ਸਹਿਯੋਗ ਦੇ ਰਹੇ। ਚਾਹੇ ਕੰਮ ਸਾਡਾ ਕੋਈ ਵੀ ਹੋਵੇ, ਕੰਮ ਚਾਹੇ ਦਿਹਾੜੀ ਕਰਨਾ ਹੀ ਹੋਵੇ, ਜਿੱਦਾਂ ਉਹ ਸਵੀਪਰ ਨੇ ਕਿਹਾ ਕਿ ਬਹੁਤ ਬੜੇ ਮਿਸ਼ਨ ਵਿੱਚ ਮੈਂ ਵੀ ਯੋਗਦਾਨ ਪਾ ਰਿਹਾ। ਹੁਣ ਸਮਝ ਲਓ ਜੇ ਪੂਰੇ ਸਾਲ 'ਚ 365 ਦਿਨ ਹੁੰਦੇ ਹੈ ਔਰ ਇਨਸਾਨ ਕੁਝ ਵੀ ਆਪਣੇ ਮਾਲਿਕ ਦੇ ਵਾਸਤੇ ਅੱਛਾ ਕਰਨਾ ਚਾਹੁੰਦਾ ਹੈ, ਬਿਹਤਰ ਕਰਨਾ ਚਾਹੁੰਦਾ ਹੈ, ਤਾਂ ਇਸ ਵੇਲੇ ਉਹ ਸਮਾਂ ਕਰਕੇ ਦਿਖਾਉਂਦਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਚੀਜ਼ ਉਹੀ ਜੋ ਟਾਈਮ ਸਿਰ ਅਸੀਂ ਕਰੀਏ, ਕਿਉਂਕਿ ਜਦੋਂ ਟਾਈਮ ਸਿਰ ਉਹ ਚੀਜ਼ ਹੁੰਦੀ ਹੈ ਤਾਂ ਫਿਰ ਉਹ ਆਨੰਦ ਵੀ ਕਈ ਗੁਣਾ ਵੱਧ ਜਾਂਦਾ ਹੈ। ਇਸ ਲਈ ਆਪਣੇ ਆਪ ਨੂੰ ਵੀ ਤਿਆਰ ਰੱਖੋ ਕਿ ਵੈਸੇ ਵੀ ਮਾਲਕਾਂ ਦੇ ਇਸ ਮਹਾਨ ਕੰਮ ਵਿੱਚ, ਕਿਉਂਕਿ ਉਹ ਸਭ ਦੇ ਜੀਵਨ 'ਚ ਆਨੰਦ, ਸਭ ਦੇ ਜੀਵਨ 'ਚ ਸ਼ਾਂਤੀ, ਸਭ ਦੇ ਜੀਵਨ 'ਚ ਪਿਆਰ ਭਰਨਾ ਚਾਹੁੰਦੇ ਹੈ। ਇਹ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਹੈ, ਸਭ ਨੂੰ ਹਿੰਮਤ ਹੌਸਲੇ ਨਾਲ ਭਰਪੂਰ ਕਰਨਾ ਚਾਹੁੰਦੇ ਹੈ। ਜੇ ਉਹਨਾਂ ਨੇ ਇਹ ਸੋਚਿਆ ਹੈ
कि संसार नूं दुखां तकलीफां परेशानियां तो रहत बनाया जाए, आनंद नाल भरपूर किया जाए, तो असीं आर्थिक तौर पर, शरीरिक तौर पर, मानसिक तौर पर जिन्ना भी हो सकीए अपने मालकां साथ दे के, ताकि असीं भी कह सकीए कि मालकां दे इस महान मिशन में असीं भी पूरा सहयोग दे रहे हैं। तो बोलो तैयार हो कि नहीं तुसीं? इसलिए याद रखना, क्योंकि जिन्ने भी प्रोग्राम होंदे हैं ना तुहाडे वर्गे प्यारियां दे सहयोग नाल ही होंदे हैं। और कबीर साहब ने गल बड़ी प्यारी कही है कि चिड़ी चोंच भर ले गई, नदी ना घटियो नीर, दान दिए धन ना घटे, कह गए दास कबीर। कबीर साहब कहते अगर लॉजिक देखा जाए, असीं इत्थे अपने वालों कह रहे हैं, ये कबीर साहब ने नहीं कहा लॉजिक, अगर लॉजिक देखा जाए तो एक बंदे की जेब च 1000 रुपया है, वो 500 दान करता, तो तर्क कहता है 500 घट गया, क्योंकि 500 दान किया 500 घट गया, तर्क कहता है, बुद्धि कहती है। पर जे कहते हैं परमात्मा का विश्वास देखा जाए तो कुरान के अंदर, गीता के अंदर, बाइबल के अंदर, गुरबाणी के अंदर, हर धार्मिक शास्त्र के अंदर लिखा है कि जे तू रब की खातर दान पुण्य करदा आ तो परमात्मा कहता है कि दान किया कभी घटता नहीं है, कई गुणा होकर वापस आंदा भी है। इसलिए हुण जिहड़े तर्क ना चलणगे, लॉजिक ना चलणगे, वो नहीं दान करनगे। जिहड़े अपने मालिक की मैजिक ते विश्वास रखणगे कि जे गुरु रहबर ये गल कह गए, मेरा रब, मेरा परमात्मा, मेरा भगवान ये गल कह गया कि जे तू मेरी खातर दिंदा है तो मैं 1000 गुणा ज्यादा तेनू दिंदा, और मैनू विश्वास है कि उहदी खातर कीता कदी घटदा नहीं है, बल्कि कई गुणा होके वापस आ जाता है। हुण जरा सोचो, एक किसान को एक बोरी है, हुण लॉजिक की कहता है कि जे अद्धी बोरी ना जमीन च पा दी तो एक अद्धी रह जानी है, पर कुदरत की कहती है जे तू अद्धी जमीन च पाएगा ना, आ जिहड़ी अद्धी तेरे कोल है ये तो खत्म हो जाएगी, पर जिहड़ी अद्धी जमीन च गई है कई गुणा होके वापस आनी है। शायद अद्धी गई है तो 10 बोरियां वापस आन, हुंदा भी इदां ही है ना, बचांदा इंसान घटदा है, ओदी खातर दिंदा है तो कई गुणा होके इंसान नूं मिल भी जाता है। सो आओ हुण समा काफ़ी हो गया है, तो सत्संग नूं आखिरले वचनां च लैके चलीए, तो यह गल जानना चाहांगे कि साडे इस मिशन विच यानी चारों तरफ प्रेम होवे, आनंद होवे, शांति होवे, सुकून होवे, खुशी होवे, तंदुरुस्ती होवे, हसी होवे, प्यार होवे, कौन कौन है साडा साथ देने वाला? ये दिलों कह रहे हो? तो फिर बस दिखा दो कि असीं अपने मालिक की खातर मिशन नूं पूरा करने की खातर की कर सकते हैं। और याद रखो 2 अक्तूबर नेड़े ही आ रही है, क्योंकि जिदा फिर कहांगे कि तुहानू अपना मनदे आ और सानू पूरा विश्वास है कि तुसीं साडे, असीं तां हमेशा कहीदा कि असीं तुहाडे, पर इत्थे सानू भी कहांगे जिदा कहना विश्वास करो कि मेरा मालिक मेरे, असीं विश्वास ना कहांगे वाकई सानू विश्वास है तुसीं साडे नाल ही, और असीं तां तुहाडे नाल ही हैं। क्योंकि याद रखना इंसान के दिमाग हुंदा कि कदी ना कदी मैं कुछ करा, तां ही कहा कि पूरे साल दे विच कदी ना कदी मन च कुछ तो मैं करा, तो समझ लो हुण करन दा टाइम असीं की बढ़ चढ़ के कर सकते हैं, ताकि इहनूं शानदार बनाइए, ये मौके नूं इन्ना शानदार बनाइए कि हज़ारां तक ये रहमत पहुँचे, ये बख्शिश पहुँचे, हज़ारां नूं खुशियां मिलन, हज़ारां तक वो मालिक की कृपा पहुँचे कि हज़ारां का जीवन बदल जाए, और ये बदलेगा, क्योंकि यकीन है अपने मालिक से, यकीन है अपने मालिक की रहमत से। बस तुसीं भी यकीन करना है, विश्वास करना है, तो जीवन च तुहानूं भी कभी कोई कमी नहीं आएगी। हुण वो शब्द नूं पूरा करिए, फिर सत्संग की समाप्ति करांगे कि जिहड़ा रब की बंदगी नहीं करता वो कखां वांगों रुल जांदा, उहनूं जग ते खुशियां मिलदियां नहीं, जिहड़ा सबर शुकर नूं भुल जांदा, जिहड़ा करदा नेकियां सब दे नाल पै रब दे घर ओहदा मुल जांदा, जिहड़ा नेकियां करदा सब दे नाल पै रब दे घर ओहदा मुल जांदा, जो सोहबत करदा फकरां दी बूहा रहमतां वाला खुल जांदा। याद रखना कि जेड़ा सब दे नाल नेकियां करदा है ना, सब दे नाल अच्छा करदा है, फिर रब दे घर कीमत भी ओदी पैंदी है कि नेक बंदा आ, क्योंकि नेकियां करो, अच्छा करो, सब दा भला करो, तो तुहाडा मुल भी रब दे घर पै जाएगा, रब दियां नज़रां ही तुसीं कीमती हो जाओगे। और लास्ट में लाइन की कहती है, जेड़ा सोहबत करदा फकरां दी बूआ रहमतां वाला फिर खुल जांदा, कि जेड़ा संतां फकीरां दी सोहबत करदा है ऐसियां वास्ते ही रहमत का दरवाजा खुल जाता है। सो समझ लो कि अज असीं भी अपने मालिकां दी सोहबत च बैठे हैं, उहदे दरबार ते बैठे हैं, तो विश्वास करो मेरे वास्ते रहमत का दरवाजा, मेरे वास्ते रहमत का दरवाजा, मेरे वास्ते रहमत का दरवाजा, मेरियां झोलियां रहमतां नाल,
ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਤਾਂ ਸਮਝ ਲਓ ਫਿਰ ਹੋ ਗਏ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ